ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹਾ ਜਾਂਦਾ ਹੈ ਕਿ ਬੰਦਾ ਜੋ ਬੀਜਦਾ ਹੈ ਉਹੀ ਫਸਲ ਪਾਉਂਦਾ ਹੈ। ਕੁਦਰਤ ਦੇ ਰੰਗਾਂ ਦਾ ਕਿਸੇ ਨੂੰ ਵੀ ਭੇਤ ਨਹੀਂ ਹੈ। ਬੰਦਾ ਆਪਣੇ ਪਿਛਲੇ ਕਰਮਾਂ ਨਾਲ ਹੀ ਪੈਦਾ ਹੁੰਦਾ ਹੈ ਤੇ ਅੱਗੇ ਦੇ ਕਰਮ ਉਹ ਆਪ ਆਪਣੀ ਜ਼ਿੰਦਗੀ ਦੇ ਵਿੱਚ ਬਣਾਉਂਦਾ ਹੈ। ਜਿਹੋ ਜਿਹੇ ਕਰਮ ਉਹ ਕਰਦਾ ਹੈ ਜੀਵਨ ਵਿੱਚ ਉਸ ਕਰਮਾਂ ਦਾ ਹੀ ਖਾਂਦਾ ਹੈ ਤੇ ਇਹਨੇ ਕਰਮਾਂ ਤੋਂ ਬੰਦਾ ਬਚ ਨਹੀਂ ਸਕਦਾ। ਆਖਿਰ ਇਹ ਭੋਗਣੇ ਹੀ ਪੈਂਦੇ ਹਨ। ਅਜਿਹੀ ਹੀ ਇੱਕ ਅਨੋਖੀ ਘਟਨਾ ਪੰਜਾਬ ਦੇ ਬਠਿੰਡੇ ਸ਼ਹਿਰ ਦੀ ਹੈ, ਜਿੱਥੇ ਦੇ ਜਸਵਿੰਦਰ ਸਿੰਘ ਸਿੱਧੂ ਦੇ ਵੱਡੇ ਵਪਾਰੀ ਨਾਲ ਇਹ ਘਟਨਾ ਵਾਪਰੀ। ਇੱਕ ਅਜਿਹੀ ਘਟਨਾ ਜਿਸ ਨੂੰ ਸੁਣ ਕੇ ਦੇਖ ਕੇ ਬੰਦਾ ਸੁੰਨ ਹੋ ਗਿਆ ਅਤੇ ਮਾੜੇ ਕਰਮ ਵਾਲਿਆਂ ਦੀ ਰੂਹ ਅੰਦਰ ਤੱਕ ਕੰਬ ਉੱਠੀ ਤੇ ਪਰਮਾਤਮਾ ਦਾ ਡਰ ਨਾਲ ਮਨ ਦੇ ਅੰਦਰ ਘਰ ਕਰ ਗਿਆ। ਅਸਲ ਗੱਲ ਤਾਂ ਇਹ ਹੈ ਕਿ ਜੇਕਰ ਮੌਤ ਦਾ ਡਰ ਨਾ ਹੋਵੇ ਤਾਂ ਬੰਦਾ ਕਦੇ ਪਰਮਾਤਮਾ ਨੂੰ ਯਾਦ ਹੀ ਨਾ ਕਰੇ। ਮੌਤ ਦੇ ਕਰੀਬ ਜਾਂਦਿਆਂ ਹੀ ਬੰਦਾ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਸਾਡਾ ਇਸ ਜੀਵਨ ਵਿੱਚ ਆਉਣ ਦਾ ਮਕਸਦ ਹੀ ਪਰਮਾਤਮਾ ਨੂੰ ਯਾਦ ਕਰਨਾ ਹੈ। ਸੋ ਜਸਵਿੰਦਰ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ। ਬਠਿੰਡੇ ਸ਼ਹਿਰ ਦੇ ਵਿੱਚ ਉਹਨਾਂ ਦਾ ਚੰਗਾ ਕਾਰੋਬਾਰ ਸੀ। ਘਰ ਦੇ ਵਿੱਚ ਸਾਰੀਆਂ ਹੀ ਸੁੱਖ ਸਹੂਲਤਾਂ ਸਨ, ਪਰ ਕਾਫੀ ਸਮੇਂ ਤੋਂ ਉਹਨਾਂ ਦੇ ਘਰ ਵਿੱਚ ਔਲਾਦ ਨਹੀਂ ਸੀ ਤੇ ਇਲਾਜ ਕਰਵਾਇਆ ਪਰ ਉਹਨਾਂ ਦੇ ਘਰ ਕੋਈ ਵੀ ਔਲਾਦ ਨਾ ਹੋਈ ਤੇ ਉਹਨਾਂ ਦੇ ਪਰਿਵਾਰ ਦਾ ਮਿਲਾਪ ਇੱਕ ਸਾਧੂ ਪੁਰਸ਼ ਦੇ ਨਾਲ ਹੋਇਆ। ਪਰਮਾਤਮਾ ਦੀ ਉਸਤਤ ਕਰਨ ਦਾ ਮਾਰਗ ਉਸ ਸਾਧੂ ਨੇ ਸਮਝਾਇਆ ਤੇ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਦੀ ਸੇਵਾ ਤੇ ਗੁਰੂ ਘਰ ਜਾਣ ਦੀ ਸੇਵਾ ਦਿੱਤੀ। ਪੂਰੇ 3 ਸਾਲ ਬਾਅਦ ਜਦੋਂ ਉਹਨਾਂ ਨੇ ਇਹ ਨਿਯਮ ਬਣਾ ਲਿਆ ਤਾਂ ਉਹਨਾਂ ਦੇ ਘਰ ਇੱਕ ਲੜਕੇ ਨੇ ਜਨਮ ਲਿਆ। ਪਰਿਵਾਰ ਦੇ ਵਿੱਚ ਖੁਸ਼ੀ ਸੀ। ਜਦੋਂ ਸਮੇਂ ਦੇ ਨਾਲ ਲੜਕਾ ਵੱਡਾ ਹੋਇਆ ਤਾਂ 7 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਕਿਸੇ ਭਿਆਨਕ ਬਿਮਾਰੀ ਨੇ ਆ ਘੇਰਿਆ। ਬਿਮਾਰੀ ਦਾ ਪਤਾ ਨਹੀਂ ਲੱਗ ਰਿਹਾ ਸੀ। ਬਿਮਾਰੀ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਸੀ। ਇਲਾਜ ਦੇ ਦੌਰਾਨ ਹੀ ਡਾਕਟਰ ਨੇ ਜਵਾਬ ਦਿੱਤਾ ਤੇ ਵਾਪਿਸ ਘਰ ਲੈ ਜਾਣ ਦੀ ਸਲਾਹ ਦਿੱਤੀ। ਪਰਿਵਾਰ ਬਹੁਤ ਹੀ ਦੁਖੀ ਸੀ ਕਿਉਂਕਿ ਇੰਨੇ ਸਮੇਂ ਬਾਅਦ ਤੇ ਇੰਨੀਆਂ ਅਰਦਾਸਾਂ ਸੁਖਣਾ ਸੁਖ ਕੇ ਔਲਾਦ ਪਾਈ ਸੀ, ਪਰ ਹੁਣ ਉਹ ਵੀ ਇਸ ਬਿਮਾਰੀ ਦੇ ਨਾਲ ਖਤਮ ਹੋਣ ਜਾਣ ਵਾਲੀ ਹੈ। ਹਾਲਾਤ ਕੁਝ ਇਸ ਤਰ੍ਹਾਂ ਦੇ ਹੀ ਹੋ ਗਏ ਸੀ ਕਿ ਇਲਾਜ ਵੱਲੋਂ ਡਾਕਟਰਾਂ ਨੇ ਮਨਾ ਕਰ ਦਿੱਤਾ ਸੀ ਤੇ ਲੜਕੇ ਦੀ ਹਾਲਤ ਦਿਨ ਪਰ ਦਿਨ ਹੋਰ ਵੀ ਖਰਾਬ ਹੁੰਦੀ ਜਾ ਰਹੀ ਸੀ ਤੇ ਸਵਾਸ ਨਹੀਂ ਨਿਕਲ ਰਹੇ ਸੀ। ਲੜਕਾ ਤੜਫ ਰਿਹਾ ਸੀ। ਕਰਦੇ ਕਰਦੇ 1 ਸਾਲ ਨਿਕਲ ਗਿਆ। ਔਲਾਦ ਦੇ ਗਮ ਦੇ ਵਿੱਚ ਲੜਕੇ ਦੀ ਮਾਤਾ ਵੀ ਪੂਰੀ ਹੋ ਗਈ ਤੇ ਹੁਣ ਜਸਵਿੰਦਰ ਸਿੰਘ ਤੇ ਉਸਦਾ ਬਿਮਾਰ ਲੜਕਾ ਹੀ ਘਰ ਦੇ ਵਿੱਚ ਰਹਿ ਚੁੱਕੇ ਸੀ। ਜਦੋਂ ਕਾਫੀ ਸਮਾਂ ਲੰਘਿਆ ਤਾਂ ਉਸਨੇ ਉਸ ਸਾਧੂ ਦੀ ਤਲਾਸ਼ ਕੀਤੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਔਲਾਦ ਹੋਈ ਸੀ, ਪਰ ਕਾਫੀ ਲੱਭਣ ਦੇ ਬਾਵਜੂਦ ਵੀ ਉਹ ਸਾਧੂ ਨਾ ਮਿਲਿਆ ਤੇ ਉਸਨੇ ਦੁਬਾਰਾ ਗੁਰਦੁਆਰੇ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ। ਆਪਣਾ ਕਾਰੋਬਾਰ ਛੱਡ ਕੇ ਉਹ ਆਪਣੇ ਲੜਕੇ ਨੂੰ ਰੋਜ਼ ਲੈ ਕੇ ਗੁਰਦੁਆਰੇ ਸਾਹਿਬ ਵਿੱਚ ਬੈਠ ਜਾਂਦਾ। ਕਾਫੀ ਲੋਕਾਂ ਨੇ ਕਿਹਾ ਕਿ ਤੁਸੀਂ ਉਸ ਬਾਬੇ ਦੇ ਕੋਲ ਚਲੇ ਜਾਓ, ਕਦੇ ਕਿਸੇ ਸਾਧੂ ਦੇ ਕੋਲ ਚਲੇ ਜਾਓ। ਜਿੱਥੇ ਕੋਈ ਦੱਸਦਾ ਜਸਵਿੰਦਰ ਸਿੰਘ ਆਪਣੇ ਲੜਕੇ ਨੂੰ ਲੈ ਕੇ ਉੱਥੇ ਚਲਾ ਜਾਂਦਾ, ਪਰ ਕਿਸੇ ਦੇ ਕੋਲ ਕੋਈ ਵੀ ਫਰਕ ਨਹੀਂ ਪਿਆ ਤੇ ਹਾਰ ਕੇ ਉਹ ਸਿਰਫ ਗੁਰਦੁਆਰੇ ਦੇ ਵਿੱਚ ਹੀ ਬੈਠਾ ਰਹਿੰਦਾ। ਆਖਿਰ ਇੱਕ ਦਿਨ ਕਾਫੀ ਪਰੇਸ਼ਾਨ ਹੋ ਕੇ ਉਸ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੇਰੇ ਪੁੱਤਰ ਨੂੰ ਠੀਕ ਕਰ ਦਵੋ। ਹੁਣ ਮੈਂ ਕਿਤੇ ਹੋਰ ਨਹੀਂ ਜਾਣਾ ਚਾਹੁੰਦਾ। ਬਹੁਤ ਦੁੱਖ ਭੋਗ ਲਏ ਮੇਰੇ ਲੜਕੇ ਨੇ। ਹੁਣ ਮੈਂ ਹੋਰ ਨਹੀਂ ਦੇਖ ਸਕਦਾ ਤੇ ਨਾ ਹੀ ਹੋਰ ਕਿਤੇ ਜਾ ਸਕਦਾ। ਕਿਰਪਾ ਕਰੋ ਮੇਰੇ ਲੜਕੇ ਤੇ। ਜੇਕਰ ਮੇਰੇ ਪੁੱਤਰ ਦਾ ਦੁੱਖ ਦੂਰ ਨਾ ਕੀਤਾ ਤੇ ਮੁੜ ਮੇਰਾ ਵਿਸ਼ਵਾਸ ਪਰਮਾਤਮਾ ਤੋਂ ਉੱਠ ਜਾਵੇਗਾ, ਮੈਂ ਮੁੜ ਇਸ ਗੁਰਦੁਆਰੇ ਨਹੀਂ ਆਵਾਂਗਾ। ਉਸ ਵੇਲੇ ਕਿਰਪਾ ਹੋਈ। ਕੁਝ ਕੁ ਦਿਨਾਂ ਦੇ ਵਿੱਚ ਹੀ ਉਸ ਦਾ ਲੜਕੇ ਦੀ ਸਿਹਤ ਦੇ ਵਿੱਚ ਸੁਧਾਰ ਹੋਣ ਲੱਗਿਆ। ਦੇਖਦੇ ਹੀ ਉਸ ਦਾ ਲੜਕਾ ਠੀਕ ਹੋ ਗਿਆ ਤੇ ਇੱਕ ਦਿਨ ਪੂਰਾ ਸਿਹਤਮੰਦ ਹੋ ਗਿਆ। ਵੱਡਾ ਹੋਇਆ ਪਿਤਾ ਦਾ ਕਾਰੋਬਾਰ ਸਾਂਭਣ ਲੱਗਿਆ। ਉਦੋਂ ਤੱਕ ਉੱਥੇ ਕੋਈ ਹੋਰ ਹੀ ਭਾਣਾ ਵਰਤ ਚੁੱਕਿਆ ਸੀ। ਸਮੇਂ ਦੇ ਨਾਲ ਜਿੱਥੇ ਉਸ ਦਾ ਲੜਕਾ ਠੀਕ ਹੁੰਦਾ ਰਿਹਾ, ਉੱਥੇ ਹੀ ਜਸਵਿੰਦਰ ਸਿੰਘ ਦੇ ਅੰਦਰੋਂ ਅੰਦਰ ਇੱਕ ਭਿਆਨਕ ਬਿਮਾਰੀ ਨੇ ਜਨਮ ਲੈ ਲਿਆ ਅਤੇ ਲੜਕੇ ਦੀ ਫਿਕਰ ਕਰਦੇ ਹੀ ਕਰਦੇ ਉਸਨੇ ਆਪਣੇ ਦੁੱਖ ਨੂੰ
ਇਗਨੋਰ ਕਰ ਦਿੱਤਾ ਤੇ ਆਖਿਰ ਉਹ ਦੁੱਖ ਅੰਦਰ ਹੀ ਅੰਦਰ ਇੱਕ ਭਿਆਨਕ ਨਾ ਇਲਾਜ ਰੋਗ ਬਣ ਗਿਆ। ਜਦੋਂ ਸਰੀਰ ਬਿਲਕੁਲ ਹੀ ਖੜ ਗਿਆ ਤਾਂ ਡਾਕਟਰਾਂ ਨੇ ਚੈੱਕਅਪ ਕਰਵਾਇਆ ਤਾਂ ਉਹ ਭਿਆਨਕ ਰੋਗ ਆਪਣੀ ਆਖਰੀ ਸਟੇਜ ਦੇ ਉੱਤੇ ਸੀ। ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਉਸ ਦਾ ਲੜਕਾ ਉਸ ਨੂੰ ਘਰੇ ਵਾਪਿਸ ਲੈ ਗਿਆ ਤੇ ਦਿਨੋਂ ਦਿਨ ਸਰੀਰ ਡਿੱਗਣ ਲੱਗਿਆ ਤੇ ਉਹ ਮੰਜੇ ਦੇ ਨਾਲ ਹੀ ਜੁੜ ਗਿਆ। ਨਾ ਇਲਾਜ ਹੋ ਚੁੱਕਿਆ। ਜਸਵਿੰਦਰ ਸਿੰਘ ਹੁਣ ਆਪਣੇ ਆਖਰੀ ਸਮੇਂ ਦੇ ਵਿੱਚ ਲੜਕੇ ਨੇ 2 ਸਾਲ ਸੇਵਾ ਕੀਤੀ ਪਰ ਸਵਾਸ ਉਸ ਪਰਮਾਤਮਾ ਦੀ ਮਰਜ਼ੀ ਨਾਲ ਹੀ ਨਿਕਲਨੇ ਸੀ। ਸੋ ਇੱਕ ਦਿਨ ਜਸਵਿੰਦਰ ਸਿੰਘ ਨੇ ਆਪਣੇ ਲੜਕੇ ਨੂੰ ਕਿਹਾ ਕਿ ਤੂੰ ਕਾਰੋਬਾਰ ਹੀ ਦੇਖਦਾ ਹੈ ਤੇ ਮੇਰੀ ਸੇਵਾ ਵੀ ਕਰਦਾ ਹੈ, ਤੂੰ ਵਿਆਹ ਕਰਵਾ ਲੈ ਤੇ ਤੇਰੇ ਘਰ ਵਾਲੀ ਮੇਰੀ ਸੇਵਾ ਕਰਿਆ ਕਰੇਗੀ। ਲੜਕੇ ਨੇ ਪਿਤਾ ਦੀ ਗੱਲ ਮੰਨੀ ਤੇ ਵਿਆਹ ਕਰਵਾ ਲਿਆ। ਉਹੀ ਹੋਇਆ ਜੋ ਅੱਜ ਕੱਲ ਜ਼ਿਆਦਾਤਰ ਘਰਾਂ ਦੇ ਵਿੱਚ ਹੁੰਦਾ ਹੈ। 2 ਮਹੀਨਿਆਂ ਬਾਅਦ ਹੀ ਨੂੰਹ ਨੇ ਕਹਿ ਦਿੱਤਾ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਹੈ। ਜਸਵਿੰਦਰ ਸਿੰਘ ਨੂੰ ਕਿਹਾ ਕਿ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਆਓ, ਆਪਾਂ ਕਿਉਂ ਸੇਵਾ ਦੀ ਟੈਨਸ਼ਨ ਲੈਣੀ ਹੈ, ਉੱਥੇ ਪੈਸੇ ਦੇ ਜਾਵਾਂਗੇ, ਉਹ ਆਪਣੇ ਆਪ ਹੀ ਸੇਵਾ ਕਰਨਗੇ। ਲੜਕਾ ਵੀ ਉਸ ਦੀਆਂ ਗੱਲਾਂ ਦੇ ਵਿੱਚ ਆ ਗਿਆ ਅਤੇ ਆਪਣੇ ਪਿਤਾ ਜਸਵਿੰਦਰ ਸਿੰਘ ਨੂੰ ਇਸ ਹਾਲਤ ਦੇ ਵਿੱਚ ਘਰੋਂ ਕੱਢਣ ਲਈ ਤਿਆਰ ਹੋ ਗਿਆ। ਜਦੋਂ ਜਸਵਿੰਦਰ ਸਿੰਘ ਨੂੰ ਪਤਾ ਲੱਗਿਆ ਤਾਂ ਉਸਨੇ ਆਪਣੇ ਲੜਕੇ ਨੂੰ ਕਿਹਾ ਕਿ ਇੰਨੇ ਸਮੇਂ ਤੋਂ ਤੂੰ ਮੇਰੀ ਸੇਵਾ ਕਰ ਰਿਹਾ ਹੈ ਤੇ ਅੱਜ ਨੂੰਹ ਦੇ ਆਉਣ ਤੋਂ ਬਾਅਦ ਇੱਕਦਮ ਕੀ ਹੋ ਗਿਆ। ਪਰ ਦੁਖੀ ਜਸਵਿੰਦਰ ਸਿੰਘ ਨੇ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਵਿਰਧਾ ਆਸ਼ਰਮ ਵਿੱਚ ਛੱਡ ਗਿਆ। ਉੱਥੇ ਹਰ ਮਹੀਨੇ ਪੈਸੇ ਦਿੱਤੇ ਜਾਂਦੇ ਤੇ ਉਸ ਦੀ ਸੇਵਾ ਕੀਤੀ ਜਾਂਦੀ। ਕਰਦਿਆਂ ਹੀ ਕਰਦਿਆਂ ਉਸ ਦੀ ਹਾਲਤ ਹੋਰ ਖਰਾਬ ਹੁੰਦੀ ਗਈ ਪਰ ਸਵਾਸ ਨਹੀਂ ਨਿਕਲ ਰਹੇ ਸੀ। ਇੱਕ ਦਿਨ ਟੀਵੀ ਦੇ ਵਿੱਚ ਉਸਨੇ ਉਸ ਸਾਧੂ ਦੀ ਖਬਰ ਦੇਖੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਔਲਾਦ ਹੋਈ ਸੀ। ਆਸ਼ਰਮ ਦੇ ਵਿੱਚ ਸੇਵਕਾਂ ਨੂੰ ਜਸਵਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਤੂੰ ਉਸ ਸਾਧੂ ਦੇ ਕੋਲ ਲੈ ਚੱਲ। ਉਸ ਸੇਵਕ ਨੇ ਕਿਹਾ ਕਿ ਇਹ ਬਹੁਤ ਵੱਡਾ ਸਾਧੂ ਹੈ, ਇਹ ਤੁਹਾਨੂੰ ਕਿਉਂ ਮਿਲੇਗਾ? ਤੇ ਉਸਨੇ ਕਿਹਾ ਕਿ ਇਹ ਮੈਨੂੰ ਜਾਣਦਾ ਹੈ, ਤੂੰ ਬਸ ਮੈਨੂੰ ਉਸ ਕੋਲ ਲੈ ਚੱਲ। ਆਖਿਰ ਉਹ ਸਾਧੂ ਦੇ ਕੋਲ ਪਹੁੰਚਿਆ। ਉਹ ਸਾਧੂ ਸਿਆਣਾ ਸੀ ਤੇ ਨਾਮ ਬਾਣੀ ਦੇ ਨਾਲ ਜੁੜਿਆ ਹੋਇਆ ਸੀ। ਉਸਨੇ ਜਸਵਿੰਦਰ ਸਿੰਘ ਨੂੰ ਦੇਖਦੇ ਹੀ ਪਹਿਚਾਨ ਲਿਆ ਤੇ ਸਾਧੂ ਉਸ ਦੀ ਇਹ ਹਾਲਤ ਦੇਖ ਕੇ ਮੁਸਕਰਾਉਣ ਲੱਗਿਆ। ਜਸਵਿੰਦਰ ਸਿੰਘ ਨੇ ਕਿਹਾ ਕਿ ਮਹਾਤਮਾ ਜੀ ਤੁਸੀਂ ਮੁਸਕਰਾ ਰਹੇ ਹੋ, ਮੇਰੀ ਇਸ ਹਾਲਤ ਦੇ ਕਾਰਨ ਦੱਸੋ। ਮੈਂ ਤਾਂ ਕਦੇ ਵੀ ਕੋਈ ਗਲਤ ਕੰਮ ਨਹੀਂ ਕੀਤਾ ਤੇ ਮੇਰੀ ਇਸ ਹਾਲਤ ਦੇ ਪਿੱਛੇ ਕਿਹੜਾ ਮੇਰਾ ਮਾੜੇ ਕਰਮ ਨੇ? ਤਾਂ ਸਾਧੂ ਨੇ ਕਿਹਾ ਕਿ ਜੋ ਵੀ ਹਾਲਤ ਹੁੰਦੀ ਹੈ ਉਹਨਾਂ ਦੇ ਪਿੱਛੇ ਕਾਰਨ ਹੀ ਹੁੰਦਾ ਹੈ। ਇਹ ਜ਼ਰੂਰ ਕਰਮਾਂ ਦਾ ਹੀ ਭੋਗਣਾ ਹੈ ਜਾਂ ਫਿਰ ਕਿਸੇ ਹੋਰ ਦੇ ਕਰਮ ਹਨ ਜੋ ਤੂੰ ਭੋਗ ਰਿਹਾ ਹੈ। ਤਾਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਬਹੁਤ ਬਿਮਾਰ ਰਹਿੰਦਾ ਸੀ, ਉਸ ਦੀ ਅਰਦਾਸ ਮੈਂ ਗੁਰਦੁਆਰੇ ਸਾਹਿਬ ਵਿੱਚ ਕੀਤੀ ਸੀ ਤਾਂ ਉਹ ਠੀਕ ਹੋ ਗਿਆ, ਪਰ ਜਦੋਂ ਦਾ ਮੈਂ ਬਿਮਾਰ ਪਿਆ ਉਸਨੇ ਮੈਨੂੰ ਘਰੋਂ ਕੱਢ ਦਿੱਤਾ। ਤਾਂ ਸਾਧੂ ਨੇ ਕਿਹਾ ਕਿ ਆਪਾਂ ਜੋ ਵੀ ਬੀਜਦੇ ਹਾਂ ਉਹੀ ਪਾਉਂਦੇ ਹਾਂ। ਬੀਜ ਦੇਖਣਾ ਦੇ ਵਿੱਚ ਇੱਕੋ ਜਿਹੇ ਲੱਗਦੇ ਹਨ ਪਰ ਜਦੋਂ ਉਹ ਉੱਗਦੇ ਹਨ ਉਹਨਾਂ ਦੀਆਂ ਕਿਸਮਾਂ ਦਾ ਪਤਾ ਲੱਗਦਾ ਹੈ, ਉਹਨਾਂ ਨੂੰ ਫਲ ਲੱਗਦਾ ਹੈ ਜਾਂ ਨਹੀਂ, ਉਹ ਉਹਨਾਂ ਦੇ ਕਰਮਾਂ ਦੇ ਉੱਪਰ ਹੀ ਹੁੰਦਾ ਹੈ। ਸੋ ਆਖਿਰ ਜਸਵਿੰਦਰ ਸਿੰਘ ਨੂੰ ਸਾਧੂ ਨੇ ਕਿਹਾ ਕਿ ਤੈਨੂੰ ਇਹ ਦੁੱਖ ਭੋਗਣਾ ਹੀ ਪੈਣਾ ਹੈ, ਇਹ ਕਰਮ ਭੋਗਣੇ ਹੀ ਪੈਣਗੇ। ਸੋ ਇਸ ਤਰ੍ਹਾਂ ਕਰਦੇ ਹੀ ਜਸਵਿੰਦਰ ਸਿੰਘ ਨੇ ਸਾਧੂ ਅੱਗੇ ਅਰਦਾਸ ਕੀਤੀ ਕਿ ਮੈਨੂੰ ਇਸ ਸਰੀਰ ਤੋਂ ਮੁਕਤ ਕਰਵਾਓ। ਤਾਂ ਸਾਧੂ ਨੇ ਉਸ ਦੇ ਕੋਲ ਬੈਠ ਕੇ 3 ਦਿਨ ਲਗਾਤਾਰ ਜਪਜੀ ਸਾਹਿਬ ਦਾ ਪਾਠ ਕੀਤਾ ਤੇ 3 ਦਿਨਾਂ ਬਾਅਦ ਉਹਦੇ ਸਵਾਸ ਨਿਕਲ ਗਏ। ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।